ਇਹ ਕਿਹੜੀ ਵੱਡੀ ਗੱਲ ਹੈ। ਮੈਂ ਕਦੇ ਵਾਸਤੇ ਸੋਚਾਂ ਨਾ ਤੁਸੀਂ ਚਲੋ ਮੇਰੇ ਨਾਲ। ਦੋਨਾਂ ਬੱਚਿਆਂ ਦੇ ਹੱਥ ਫੜ ਕੇ ਸੁੱਚਾ ਨੰਦ ਸਿਪਾਹੀਆਂ ਨੂੰ ਨਾਲ ਲੈ ਕੇ ਮਾਤਾ ਦੇ ਕੋਲੋਂ ਉਹਨਾਂ ਬੱਚਿਆਂ ਨੂੰ ਲੈ ਕੇ ਤੁਰ ਪਿਆ ਤੇ ਰਸਤੇ ਵਿੱਚ ਚੱਲਦਿਆਂ ਉਤਰਿਆ ਉਸ ਠੰਡੇ ਬੁਰਜ ਤੋਂ। ਬੱਚਿਓ ਚਿੰਤਾ ਨਾ ਕਰੋ, ਜੋ ਸਜ਼ਾ ਮਿਲਣੀ ਸੀ ਮਿਲ ਗਈ, ਜੋ ਹੋ ਗਿਆ ਸੋ ਹੋ ਗਿਆ। ਹੁਣ ਸਭ ਕੁਝ ਤੁਹਾਨੂੰ ਛੱਡ ਦਿੱਤਾ ਜਾਵੇਗਾ। ਇੱਕ ਛੋਟੀ ਜਿਹੀ ਗੱਲ ਧਿਆਨ ਨਾਲ ਸੁਣਨਾ। ਜਦੋਂ ਵੀ ਵਜ਼ੀਰ ਖਾਨ ਦੇ ਸਾਹਮਣੇ ਜਾਓਗੇ, ਉਹ ਬੜਾ ਨਰਮ ਦਿਲ ਬੰਦਾ ਹੈ, ਉਹਨੂੰ ਜਾ ਕੇ 7 ਵਾਰੀ ਝੁਕ ਕੇ ਸਲਾਮ ਕਰਦੇ। ਤੁਸੀਂ ਸਲਾਮ ਕਰਦੇ ਨਾ, ਉਹ ਘੁੱਟ ਕੇ ਤੁਹਾਨੂੰ ਗਲੇ ਲਗਾ ਲੈਣਾ, ਗੱਲ ਖਤਮ ਹੋ ਜਾਣੀ। ਤੁਸੀਂ ਜਿੱਥੇ ਜਾਣਾ ਜਾਓ। ਇਹ ਦੋਨੋਂ ਗੁਰੂ ਦੇ ਲਾਲ ਇੱਕ ਦੂਸਰੀ ਤਰਫ ਦੇਖਦੇ ਨੇ। ਆਪ ਸਤਿਨਾਮ ਸ੍ਰੀ ਸਮਝ ਚੁੱਕੇ ਨੇ ਕਿ ਕਿਹੜੀਆਂ ਗੱਲਾਂ ਸਾਨੂੰ ਸਮਝਾਈਆਂ ਜਾ ਰਹੀਆਂ। ਗਏ ਨੇ ਉਸ ਕਚਹਿਰੀ ਦੇ ਅੰਦਰ। ਸੁੱਚਾ ਨੰਦ ਇਸ਼ਾਰਾ ਕਰਦਾ ਪਿਆ ਕਿ ਹੁਣ ਟਾਈਮ ਹੈ, ਤੁਸੀਂ ਸਲਾਮ ਕਰੋ ਝੁਕ ਕੇ। ਇਹ ਸਭ ਨੇ ਵਜ਼ੀਰ ਖਾਨ ਦੇ ਖੜੇ ਹੋ ਕੇ ਉੱਚੀ ਆਵਾਜ਼ ਵਿੱਚ ਆਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੂਰੇ ਮਾਹੀ ਕੋਲ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਨੇ, ਦੀਨੇ ਕਾਂਗੜ ਦੇ ਪਹਿਲਾਂ ਰਾਏ ਕੱਲੇ ਦੇ ਕੋਲ ਜਦੋਂ ਰਾਏਪੁਰ ਦੀ ਧਰਤੀ ਤੇ ਪਹੁੰਚੇ, ਮੈਨੂੰ ਪਤਾ ਲੱਗਾ ਮੇਰੇ ਪੁੱਤ ਸ਼ਹੀਦ ਹੋ ਗਏ ਨੇ ਛੋਟੇ। ਤੂੰ ਇਹ ਤਾਂ ਦੱਸ ਦਿੱਤਾ ਕਿ ਮੇਰੇ ਪੁੱਤਰ ਸ਼ਹੀਦ ਹੋ ਗਏ, ਪਰ ਇਹ ਦੱਸੀ ਕਿ ਮੇਰੇ ਪੁੱਤਰ ਜਦੋਂ ਗਏ ਸੀ ਵਜ਼ੀਰ ਖਾਨ ਦੇ ਸਾਹਮਣੇ, ਮੈਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਹੈ, ਪਰ ਉਹਨਾਂ ਦੀ ਉਮਰਾਂ ਬੜੀਆਂ ਛੋਟੀਆਂ। ਨੂਰਿਆ ਇਹ ਦੱਸ ਕਿ ਕਿਧਰੇ ਜਾ ਕੇ ਉਸ ਵਜ਼ੀਰ ਖਾਨ ਨੂੰ ਸਲਾਮ ਤਾਂ ਨਹੀਂ ਕਰ ਦਿੱਤੀ ਸੀ? ਕਿਤੇ ਜ਼ਿੰਦਗੀ ਦੀ ਭੀਖ ਤਾਂ ਨਹੀਂ ਮੰਗ ਲਈ ਸੀ? ਤੇ ਕਮਾਲ ਦੀ ਗੱਲ ਇਹ ਹੈ ਕਿ ਨੂਰਾ ਮਾਹੀ, ਉਹ ਜਿਹੜਾ ਮੱਛੀਆਂ ਚਰਾਉਣ ਵਾਲਾ ਸੀ, ਉਹਦੇ ਚਿਹਰੇ ਦਾ ਜਲਾਲ ਦੱਸਦਾ ਪਿਆ ਸੀ। ਉਹ ਸਤਿਗੁਰੂ, ਇਹ ਕੈਸੀ ਗੱਲ ਕਰਦੇ ਪਏ ਹੋ ਤੁਸੀਂ? ਉਹਨਾਂ ਨੇ ਜਾ ਕੇ ਸਲਾਮ ਕੀਤੀ ਹੋਵੇਗੀ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋਣ, ਬੱਬਰ ਸ਼ੇਰਾਂ ਦੇ ਪੁੱਤਰ ਹੋਣ ਤੇ ਉਹਨਾਂ ਮੁਗਲਾਂ ਦੇ ਅੱਗੇ ਝੁਕ ਜਾਣ? ਨਹੀਂ ਸਤਿਗੁਰੂ, ਫਿਰ ਕੀ ਹੋਇਆ ਸੀ ਦੱਸ ਤਾਂ ਸਹੀ। ਨੂਰੇ ਮਾਹੀ ਦੀ ਭੈਣ ਨੂਰੀ ਜਿਹੜੀ ਹੈ ਉਸ ਸਰਹੰਦ ਦੇ ਵਿੱਚ ਵਿਆਹੀ ਹੋਈ ਸੀ। ਨੂਰੇ ਮਾਹੀ ਨੂੰ ਇਸ ਕਰਕੇ ਭੇਜਿਆ ਗਿਆ ਸੀ ਕਿ ਜਾ ਆਪਣੀ ਭੈਣ ਦੇ ਕੋਲ ਜਾ ਕੇ ਰਹਿ, ਉੱਥੇ ਆਲੇ ਦੁਆਲੇ ਦੀ ਪੂਰੀ ਖਬਰ ਲੈ ਕਿ ਸਾਹਿਬਜ਼ਾਦਿਆਂ ਦੇ ਨਾਲ ਕੀ ਬੀਤੀ। ਨੂਰੀ ਨੇ ਸਾਰੀ ਗੱਲ ਦੱਸ ਦਿੱਤੀ ਸੀ ਕਿ ਉਹ ਮਹਾਨ ਗੁਰੂ ਕੇ ਲਾਲ ਸ਼ਹੀਦ ਹੋ ਗਏ, ਪਰ ਉਹਨਾਂ ਨੇ ਕੀ ਨਹੀਂ ਮੰਨੀ ਸੀ। ਕਹਿਣ ਲੱਗਾ, ਸਤਿਗੁਰੂ, ਗੁਰੂ ਗੋਬਿੰਦ ਸਿੰਘ ਦੇ ਬੱਚੇ ਹੋਣ, ਫਿਰ ਦੱਸੋ ਕੀ ਹੋਇਆ? ਤੇ ਉਸ ਨੇ ਬੜੇ ਮਾਣ ਦੇ ਨਾਲ ਆਖਿਆ ਸੀ, ਦਾਤਾ ਜਾਂਦਿਆਂ ਭਰੇ ਦਰਬਾਰ ਵਿੱਚ ਸਾਹਿਬਜ਼ਾਦਿਆਂ ਫਤਿਹ ਬੁਲਾ ਦਿੱਤੀ। ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤਸਵੀਰ ਕਾਜੀ ਦੇ ਹੱਥੋਂ ਛੁਡਾ ਦਿੱਤੀ। ਸੂਬਾ ਕੜਕ ਦੇ ਆਖਦਾ, ਸੁਣੋ ਬੱਚਿਓ, ਅੱਜ ਤੁਸਾਂ ਦੀ ਅਲਖ ਮੁਕਾ ਦਿਆਂਗਾ। ਜਾਂ ਤਾਂ ਹੱਸ ਕੇ ਇਸਲਾਮ ਦਾ ਜਾਮ ਪੀ ਲਓ, ਜਾਂ ਫਿਰ ਮੌਤ ਦਾ ਜਾਮ ਪਿਆ ਦਿਆਂਗਾ। ਸੂਬਾ ਸਰਹੰਦ ਨੂੰ ਸਾਹਿਬਜ਼ਾਦੇ ਕਹਿਣ ਲੱਗੇ, ਸਾਡੇ ਜਿਗਰੇ ਬਾਗ ਸਮੁੰਦਰਾਂ ਦੇ ਪਰਬਤ ਦਾਬਿਆਂ ਦੇ ਨਾਲ ਹੀ ਹਿਲ ਜਾਂਦੇ। ਉਹ ਤਾਂ ਹੋਣ ਜੋ ਸ਼ੇਰ ਬੱਬਰਾਂ ਦੇ ਕਦੀ ਗਿੱਦੜਾਂ ਵਿੱਚ ਨਹੀਂ ਮਿਲ ਜਾਂਦੇ। ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਾਂ ਤੇ ਅਸੀਂ ਗਿੱਦੜਾਂ ਦੇ ਵਿੱਚ ਤੁਹਾਡੇ ਵਿੱਚ ਕਿਵੇਂ ਮਿਲ ਸਕਦੇ ਹਾਂ? ਕਹਿਣ ਲੱਗਾ, ਬੱਚਿਓ, ਤੁਸੀਂ ਨੇ ਅੱਜ ਤੱਕ ਸਾਡਾ ਪਿਆਰ ਹੀ ਦੇਖਿਆ। ਤੁਹਾਨੂੰ ਪਤਾ ਨਹੀਂ ਅਸੀਂ ਤੁਹਾਨੂੰ ਕੀ ਸਜ਼ਾ ਦੇ ਸਕਦੇ ਹਾਂ। ਸੁੱਚਾ ਨੰਦ ਨੂੰ ਆਖਿਆ, ਸਿਪਾਹੀਆਂ ਨੂੰ ਆਖਿਆ, ਅਜੇ ਤੱਕ ਇਹਨਾਂ ਬੱਚਿਆਂ ਦੇ ਨਾਲ ਨਰਮੀ ਨਾਲ ਪੇਸ਼ ਹੋਣਾ, ਪਰ ਇਹਨਾਂ ਨੂੰ ਇਹ ਵੀ ਦੱਸਣਾ ਕਿ ਜਿਹੜੀ ਗੁਸਤਾਖੀ ਇਹਨਾਂ ਨੇ ਸਾਡੇ ਸਾਹਮਣੇ ਕੀਤੀ ਹੈ, ਉਹਦੀ ਇਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਦੂਨਾ ਸਿੰਘ ਹਰਪੂਰੀਆ 52 ਕਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਹੋਏ ਨੇ। ਸਾਡੀ ਕੌਮ ਦੀ ਤਰਾਸਦੀ ਦੇਖੋ, ਕਲਗੀਧਰ ਪਾਤਸ਼ਾਹ ਜੀ ਕੋਲ 52 ਕਵੀ ਸਨ। ਅਨੰਦਪੁਰ ਸਾਹਿਬ, ਪੌਂਟਾ ਸਾਹਿਬ ਦੀ ਧਰਤੀ ਤੇ
ਅੱਜ ਮੇਰੇ ਪੰਥ ਦੇ ਕੋਲ 22 ਕਵੀ ਨਹੀਂ ਹੈ, ਉਹ ਵਿਰਾਸਤ ਖਤਮ ਕਰ ਦਿੱਤੀ ਆਪਾਂ। ਗੁਰੂ ਘਰ ਢਾਡੀ ਸੀ ਛੇਵੇਂ ਪਾਤਸ਼ਾਹ ਦੇ ਵੇਲੇ, ਉਹ ਵੀ ਪਿੰਡਾਂ ਤੱਕ ਵਿਚਾਰੇ ਸੀਮਤ ਰਹਿ ਗਏ, ਸ਼ਹਿਰਾਂ ਦੀਆਂ ਸੰਗਤਾਂ ਉਹਨਾਂ ਨੂੰ ਨਹੀਂ ਸੁਣਦੀਆਂ। ਧਿਆਨ ਦੇਣਾ ਜਿਨ੍ਹਾਂ ਨੇ ਜੋਸ਼ ਭਰਨਾ ਸੀ। ਉਸ ਤੋਂ ਅੱਗੇ ਸਾਡੀ ਕੌਮ ਦੀ ਤਰਾਸਦੀ ਦੇਖੋ, ਤੁਸੀਂ ਦਿੱਲੀ ਦੇ ਬੈਨਰ ਰੋਜ਼ ਫੇਸਬੁੱਕ ਤੇ ਪੜ੍ਹਦੇ ਹੋ, ਕੀਰਤਨ ਦਰਬਾਰ ਹੋ ਰਹੇ ਹੈ। 8 ਦਸੇ 7 ਜਥੇ 8 ਜਥਿਆਂ ਤੁਹਾਡੇ ਰਾਏਪੁਰ ਦੇ ਵਿੱਚ ਦੇਖਣਾ ਕਿੰਨੇ ਜਥੇ ਜਿਹੜੇ ਹੈ ਉਹਦੇ ਵਿੱਚ ਕੀਰਤਨ ਦਰਬਾਰ ਵਿੱਚ ਪਹੁੰਚਦੇ ਨੇ, ਵੱਡੇ ਵੱਡੇ ਜਥੇ, ਤੇ ਉਹਨਾਂ ਵਿੱਚ ਇੱਕ ਅੱਧੇ ਪ੍ਰਚਾਰਕ ਕਈ ਵਾਰ ਬਾਲੀ ਸਾਹਿਬ ਵਰਗੇ ਜਿਹੜੇ ਹੁੰਦੇ ਨੇ ਉਹ ਵੀ ਸਟੇਜ ਸਕੱਤਰੀ ਬਣਾਏ ਹੁੰਦੇ। ਇਹ ਤੁਸੀਂ ਨਹੀਂ ਦੇਖਦੇ। ਕੌਣ ਦੱਸੇਗਾ ਸਾਡਾ ਇਤਿਹਾਸ? ਕੌਣ ਦੱਸੇਗਾ ਸਾਡੀ ਉਹ ਵਿਰਾਸਤ? ਕੌਣ ਦੱਸੇਗਾ ਉਹਨਾਂ ਸਾਹਿਬਜ਼ਾਦਿਆਂ ਦੀ ਗੱਲ? ਕਦੀ ਅਸੀਂ ਖਤਮ ਕਰ ਦਿੱਤੇ, ਢਾਡੀਆਂ ਦੀ ਅਸੀਂ ਕਦਰ ਨਾ ਕੀਤੀ, ਪ੍ਰਚਾਰਕ ਅਸੀਂ ਬੁਲਾਉਣਾ ਬੰਦ ਕਰ ਦਿੱਤਾ ਜੀ। ਇਹ ਕਈ ਵਾਰ ਸਾਡੇ ਖਿਲਾਫ ਵੀ ਬੋਲ ਪੈਂਦੇ ਨੇ, ਇਹ ਇੰਜ ਬੋਲਦੇ ਨੇ, ਇਹ ਇੰਜ ਬੋਲਦੇ ਨੇ। ਅਨਾਜਪੁਰ ਦੇ ਵਿੱਚ RSS ਦੇ ਭਾਗਵਤ ਨੂੰ ਸੱਦ ਲਿਆ ਗਿਆ ਸੀ, ਭਾਈ ਪੰਗੂ ਨੇ ਸਟੈਂਡ ਲਿਆ, ਤੁਹਾਨੂੰ ਮਾਫੀ ਮੰਗਣੀ ਪਵੇਗੀ। ਉਹਨਾਂ ਨੇ ਕੀ ਕੀਤਾ? ਮੁੜ ਕੇ ਪ੍ਰਚਾਰਕ ਸੱਦਣੇ ਬੰਦ ਕਰ ਦਿੱਤੇ। ਇਹ ਨਹੀਂ ਕਿਹਾ ਕਿ ਸਾਡੀ ਗਲਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਉਹਨਾਂ ਲੋਕਾਂ ਨੂੰ ਅਸੀਂ ਕਿਉਂ ਸਦੀਏ ਜਿਹੜੇ ਸਾਡੇ ਪੰਥ ਨੂੰ ਖਤਮ ਕਰਨਾ ਚਾਹੁੰਦੇ ਨੇ। ਉਹਨਾਂ ਲੋਕਾਂ ਨੇ ਹੱਥ ਵਿੱਚ ਪਾਵਰ ਹੈ, ਹਕੂਮਤ ਹੈ। ਅਸੀਂ ਵਜ਼ੀਰ ਖਾਨ ਵਰਗਿਆਂ ਨੂੰ ਕਹਿੰਦੇ ਹਕੂਮਤ ਦੇ ਅੰਨੇ ਸਨ, ਕਿ ਅਸੀਂ ਅੰਨੇ ਨਹੀਂ ਹਾਂ। ਸਾਨੂੰ ਨਸ਼ਾ ਨਹੀਂ ਆਪਣੇ ਪੈਸੇ ਦਾ, ਸਾਨੂੰ ਗੁਰੂਰ ਨਹੀਂ ਆਪਣੀ ਪੋਜੀਸ਼ਨ ਦਾ, ਸਾਨੂੰ ਆਪਣੀ ਕੁਰਸੀ ਦਾ ਮਾਣ ਨਹੀਂ ਹੈ। ਅਸੀਂ ਪ੍ਰਚਾਰਕ ਸੱਦਣੇ ਬੰਦ ਕਰ ਦਿੱਤੇ ਵੀ ਇਹ ਸੱਚ ਸੁਣਾ ਕੇ ਚਲੇ ਜਾਂਦੇ ਨੇ। ਇਹ ਮੇਰੀ ਕੌਮ ਦੇ ਵਿੱਚ ਅਕਸਰ ਹੁੰਦਾ ਪਿਆ ਹੈ, ਐਸਾ ਹੋ ਰਿਹਾ। ਔਰ ਇਹਦੇ ਬਦਲੇ ਵਿੱਚ ਫਿਰ ਕੀ ਹੋਵੇਗਾ? 50-70 ਸਾਲਾਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ, ਜਦੋਂ ਕੀਰਤਨ ਦਰਬਾਰ ਹੋਇਆ ਕਰਨਗੇ ਮਿੱਠੀਆਂ ਮਿੱਠੀਆਂ ਸੁਰਾਂ ਦੇ ਨਾਲ, ਗੁਰੂ ਕੇ ਕੀਰਤਨ ਸੁਣਾ ਕੇ ਚਲਿਆ ਕਰਨਗੇ। ਫਿਰ ਪੁੱਛਾ करेंगे जी ये साहबजादे कौन थे, कब पैदा हुए थे, कहाँ हुए थे, क्यों शहीद किया गया? जब मीठे जल की शरीर को लगाई जाती है, ये कैसे होता है, वैसे होता है। किताबों में बच्चों को की पढ़ाया जाएगा? हुकूमत कितना तुहाडा सोचती पई है सिखां दे बारे? पलासी की लड़ाई, बक्सर की लड़ाई, तराइन की लड़ाई, ये सारिया लड़ाइयां जिहड़ियां असीं हारियां होईयां वो इतिहास में पढ़ाईयां जांदियां। इंडिया के अंदर जिहड़ी जंग असीं जित्ती सी, जिहड़ी जंग विच गुरु के लाल शहीद हो गए सी, वो किसी भी इतिहास की किताब में नहीं पढ़ाई जाती। स्कूल में साडे बच्चों को किहड़ी एजुकेशन दी जा रही है, और किन्ने वो बड़े बड़े स्कूल ईसाई मत के कन्वेंट स्कूल असीं उत्थे बच्चों को पा रहे हैं। बच्चे स्कूल वाले पासों बिल्कुल खाली हो चुके हैं। टीवी अगे बैठते हैं, कमेटी सदस्य साडे बच्चे देखते पे ने, उन्होंने नचार बनाया जा रहा। लिटल चैंप के नाम के उत्ते एक गुरुद्वारे दसी जिथे जाके असीं अपने बच्चों को इतिहास सुनाना सी, असीं ओदी खत्म कर दिता है। किवें गल बनेगी? मैनूं माफ कर देना। ये गल सारी इंडिया की है। बड़े बड़े शहरों में दौर चलता पाया है। गुरु के महान कीर्तियां बुलाओ, उन्होंने को गुरु के महान कीर्तन सुनो, पर नाल प्रचारक भी बुलाया करो जिहड़ा साडे इतिहास की गल सुना सके, सानू इतिहास नाल जोड़ सके। नागपुर के पोस्टर पढ़ के देख लो, रायपुर के पोस्टर पढ़ के देख लो, बड़े बड़े जथे तो आ रहे हैं पर उन्होंने प्रचार नहीं समझे जा रहे। गल नोट कर। धन गुरु गोबिंद सिंह महाराज जी के लाल ये सूबा सरहंद उस वेले आखदा पिया, बच्चों तुसां ने जिहड़ा अजे तक साडा प्यार देखिया सुचानंद, इन्होंने दस थोड़ा जिहा कि मुगल हुकूमत की है। दूना सिंह हंडूरिया 52 कवियों के विच एक है। सरसा नदी तक आंदिया एक गुरु के काफले नालों विसर जाता है, जब गुरु जी को आप साइड पे कर देंगे नहीं कि तू साडा लिखना जो कुछ भी साडे नाल दरतांत होवे साडे तो वक्त हो जाए। ए दूना सिंह हंडूरिया गुरु महाराज जी का हजूरी कवि है। इसने एक किताब लिखी सी कथा गुरु के सुतन की। सुत कहते पुत्र ने, गुरु के पुत्रों की कथा एक कवि ने लिखी है। ध्यान देना,
ਉਹ ਕਵੀ ਲਿਖਦਾ ਪਿਆ, ਇਹਨਾਂ ਸਾਹਿਬਜ਼ਾਦਿਆਂ ਨੂੰ ਪਹਿਲੇ ਦਿਨ ਦੇ ਜਿਹੜੇ ਤਸੀਹੇ ਦਿੱਤੇ ਗਏ ਉਹ ਕੀ ਸੀ? ਖਮਚੀ ਸਾਥ ਲੱਗੇ ਦੁੱਖ ਦੇਵਨ। ਖਮਚੀ ਇੱਕ ਅਸੀਂ ਤਿੱਖੀ ਪ੍ਰੈਣੀ ਤੋੜ ਲਈਏ ਜਿਨ੍ਹਾਂ ਨਾਲ ਪਸ਼ੂਆਂ ਨੂੰ ਕੁੱਟਿਆ ਜਾਂਦਾ ਹੈ। ਲਚਕਦਾਰ ਸਹਿਤੂਤ, ਤੂਤ ਦੀ ਉਹ ਸਿਟੀ ਜਿਹਨੂੰ ਆਪਾਂ ਕਹਿ ਦਈਏ, ਉਹ ਲਸ਼ਕਾ ਜਿਹੜੀ ਹੈ, ਇੱਕ ਪ੍ਰੈਣੀ ਜਿਹੜੀ ਹੈ, ਉਹਨੂੰ ਖਮਚੀ ਕਿਹਾ ਜਾਂਦਾ ਹੈ। ਇਹਨਾਂ ਮਾਸੂਮ ਬੱਚਿਆਂ ਦੀ ਪਿੱਠ ਨੂੰ ਨੰਗਿਆਂ ਕਰਕੇ ਉਹਨਾਂ ਲੋਕਾਂ ਨੇ ਜਿਹੜਾ ਸਹਿਤੂਤ ਦੀਆਂ ਸੀਟੀਆਂ ਦੇ ਨਾਲ ਉਹਨਾਂ ਦੇ ਸਰੀਰ ਦੇ ਉੱਤੇ, ਉਹਨਾਂ ਦੀਆਂ ਲੱਤਾਂ ਦੇ ਉੱਤੇ ਮਾਰ ਮਾਰ ਕੇ ਲਾਸ਼ਾਂ ਪਾ ਦਿੱਤੀਆਂ। ਸਰੀਰ ਦੇ ਵਿੱਚ ਫੁੱਟ ਫੁੱਟ ਕੇ ਅੱਧੀ ਇੰਚੀ ਦਾ ਉਹ ਸਰੀਰ ਜਿੱਥੇ ਵੱਜਦੀ ਹੈ ਪ੍ਰੈਣੀ, ਉੱਥੇ ਲਾਲ ਲਾਸ਼ਾਂ ਪੈ ਜਾਂਦੀਆਂ ਨੇ। ਉਹਨਾਂ ਮਹਾਨ ਬੱਚਿਆਂ ਨੂੰ ਪਹਿਲਾ ਤਸੀਹਾ ਭੁੱਖੇ ਰੱਖਿਆ ਗਿਆ, ਦੂਸਰਾ ਤਸੀਹਾ ਸਰਦੀ ਦੀ ਰੁੱਤ ਵਿੱਚ ਰੱਖਿਆ ਗਿਆ ਉੱਚੀ ਜਗ੍ਹਾ ਦੇ ਉੱਤੇ, ਤੀਸਰਾ ਤਸੀਹਾ ਖਮਜੀ ਸਾਥ ਲੱਗੇ ਦੁੱਖ ਦੇਵਨੰ, ਸੋ ਤੋਂ ਬਾਲਕ ਫੂਲ ਧੂਪ ਨਾ ਖੇਵਨ। ਇਹ ਤਾਂ ਐਸੇ ਮਾਸੂਮ ਗੁਰੂ ਦੇ ਲਾਲ ਫੁੱਲਾਂ ਵਰਗੇ ਉਹਨਾਂ ਦੇ ਚਿਹਰੇ, ਉਹ ਜਿਹੜੇ ਧੁੱਪ ਨਹੀਂ ਬਰਦਾਸ਼ਤ ਕਰ ਸਕਦੇ ਸੀ, ਉਹਨਾਂ ਦੀਆਂ ਪਿੱਠ ਦੇ ਉੱਤੇ, ਕਮਰਾਂ ਦੇ ਉੱਤੇ, ਲੱਤਾਂ ਦੇ ਉੱਤੇ ਉਹਨਾਂ ਪਾਪੀਆਂ ਨੇ ਸਹਿਤੂਤ ਦੀਆਂ ਸੀਟੀਆਂ ਦੇ ਨਾਲ ਲਾਸ਼ਾਂ ਪਾ ਕੇ ਰੱਖ ਦਿੱਤੀਆਂ। ਉਸ ਤੋਂ ਬਾਅਦ ਇਹ ਬੱਚਿਆਂ ਨੂੰ ਕਿਹਾ ਜਾਂਦਾ ਕਿ ਸਾਡੀ ਗੱਲ ਮੰਨ ਲਓ। ਇਹ ਨਹੀਂ ਮੰਨਦੇ। ਕਵੀ ਦੂਨਾ ਸਿੰਘ ਹਨੂਰੀਆ ਲਿਖਦਾ ਹੈ, ਰੱਜ ਕੋ ਪਾਏ ਪੀਪਲੇ ਬਾਂਧੇ। ਇੱਕ ਵਚਨ ਆਉਂਦਾ ਹੈ, जब हम होते तब तू नाही, अब तू ही मैं नाही। राग सुर के भगत रविदास जी का ये शब्द पढ़ना, ਉਹਦੇ ਚ ਅਖੀਰਲੇ ਬੰਦਾਂ ਚ ਲੱਗ ਜਾਏਗਾ ਰੱਜ। ਰੱਜ ਦਾ ਮਤਲਬ ਰੱਸੀ। ਧਿਆਨ ਦੇਣਾ, ਗੁਰਬਾਣੀ ਪੜਿਆ ਕਰੋ। ਰੱਜ ਕੋ ਪਾਏ ਪੀਪਲੇ ਬਾਂਧੇ, ਕਮਰਾਂ ਦੇ ਉੱਤੇ ਬੰਨ ਕੇ ਰੱਸੀ ਪਿੱਪਲ ਦੇ ਬੂਟੇ ਦੇ ਨਾਲ ਬੰਨ ਦਿੱਤਾ ਗਿਆ, ਬਰੋਟੇ ਦੇ ਬੂਟੇ ਦੇ ਨਾਲ ਬੰਨ ਦਿੱਤਾ ਗਿਆ ਤੇ ਕਹਿ ਦਿੱਤਾ ਗਿਆ ਇਹਨਾਂ ਬੱਚਿਆਂ ਦਾ ਨਿਸ਼ਾਨਾ ਲਗਾਉਣਾ ਹੈ। ਪੱਥਰ ਗੀਟੀਆਂ ਮੰਗਾਈਆਂ ਗਈਆਂ, ਪੱਕੀਆਂ ਰੋਡ ਗੁਲੇਲਾਂ ਵਿੱਚ ਪਾ ਕੇ, ਕਮਾਨ ਤੇ ਤੀਰ ਚੜਾ ਕੇ ਉਹਨਾਂ ਮਾਸੂਮਾਂ ਦੇ ਨਿਸ਼ਾਨੇ ਲਗਾਏ ਜਾ ਰਹੇ ਨੇ। ਇਹ ਦੂਨਾ ਸਿੰਘ ਹਨੂਰੀਆ ਜੋ ਆਪਣੀਆਂ ਅੱਖਾਂ ਦੇ ਨਾਲ ਦੇਖਦਾ ਪਿਆ, ਉਹ ਲਿਖਦਾ ਪਿਆ ਹੈ, ਰੰਜ ਕੋ ਪਾਏ ਪੀਪਲੇ ਬਾਂਧੇ, ਦੁਸ਼ਟ ਗਲੇਲੇ ਤੀਰ ਸੋ ਸਾਂਧੇ। ਕਹਿੰਦੇ ਉਹਨਾਂ ਦੁਸ਼ਟਾਂ ਪਾਪੀਆਂ ਨੇ ਜਿਹੜਾ ਉਹਨਾਂ ਮਹਾਨ ਗੁਰੂ ਕੇ ਲਾਲਾ ਨੂੰ ਚਿਹਰੇ ਦਾ ਨਿਸ਼ਾਨਾ ਲਗਾਉਂਦੇ ਪਏ ਨੇ। ਕੋਈ ਇੱਥੇ ਪੱਥਰ ਵੱਜਦਾ ਪਿਆ, ਗੁਲੇਲ ਦਾ ਰੋੜ ਪੈਂਦਾ ਪਿਆ, ਕੋਈ ਇੱਥੇ ਵੱਜਦਾ ਪਿਆ, ਕੋਈ ਅੱਖ ਦੇ ਡੇਲੇ ਤੇ ਵੱਜਦਾ ਪਿਆ, ਲਹੂ ਲੁਹਾਨ ਡੇਲੇ ਫੁੱਟ ਜਾਂਦੇ ਹੋਣਗੇ ਤੇ ਪੁੱਛਿਆ ਜਾਂਦਾ ਹੋਵੇਗਾ, ਗੁਰੂ ਕੇ ਪੁੱਤਰੋ ਸਾਡੀ ਗੱਲ ਮੰਨ ਲਵੋ, ਦੀਨੇ ਇਸਲਾਮ ਨੂੰ ਕਬੂਲ ਕਰ ਲਵੋ। ਵਗਦੇ ਹੋਏ ਅੱਖਾਂ ਦੇ ਵਿੱਚੋਂ ਲਹੂ ਦੀਆਂ ਧਾਰਾਂ ਚਿਹਰੇ ਨੂੰ ਪੂੰਝਦੇ ਹੋਣਗੇ ਤੇ ਨਾਲ ਕਹਿੰਦੇ ਹੋਣਗੇ, ਨਹੀਂ ਤੁਸੀਂ ਸਾਨੂੰ ਮਾਰ ਤਾਂ ਸਕਦੇ ਹੋ, ਪਰ ਨਹੀਂ, ਅਸੀਂ ਤੁਹਾਡੀ ਗੱਲ ਨਹੀਂ ਮੰਨਾਂਗੇ। ਉਸ ਅੱਧਮੋਈ ਹਾਲਤ ਵਿੱਚ ਸਾਰਾ ਦਿਨ ਉਹਨਾਂ ਤੇ ਜ਼ੁਲਮ ਕੀਤਾ ਜਾਂਦਾ। ਸੰਧਿਆ ਵੇਲੇ ਘਸੀਟ ਕੇ ਲੈ ਜਾਂਦੇ ਨੇ ਫਿਰ ਉਸ ਠੰਡੇ ਬੁਰਜ ਦੇ ਵਿੱਚ। ਠੰਡੇ ਬੁਰਜ ਦੇ ਉੱਤੇ ਮਾਂ ਬੈਠੀ ਪੁੱਤਰਾਂ ਨੂੰ ਉਡੀਕਦੀ ਪਈ ਹੈ ਤੇ ਅੱਧਮੋਏ ਸਰੀਰ ਤੇ ਲਾਸ਼ਾਂ ਪਈਆਂ, ਲਹੂ ਲੁਹਾਨ ਮਾਂ ਦੀ ਗੋਦੀ ਵਿੱਚ ਸੁੱਟ ਦਿੱਤੀ ਜਾਂਦੀ। ਲੈ ਸਭ ਆਪਣੇ ਪੁੱਤਰਾਂ ਨੂੰ ਸਮਝਾ ਦਿੱਤਾ, ਅਜੇ ਵੀ ਜਾਨ ਬਾਕੀ ਹੈ, ਬਖਸ਼ ਦਿੱਤੀ ਜਾਵੇਗੀ। ਤੁਸੀਂ ਆਪਣੇ ਬੱਚੇ ਨੂੰ ਡਾਕਟਰ ਕੋਲ ਲਿਜਾ ਕੇ ਜਦੋਂ ਟੀਕਾ ਲਗਵਾਉਂਦੇ ਹੋ ਤੇ ਜਦੋਂ ਡਾਕਟਰ ਇੱਕ ਸੂਈ ਕੁਝ ਮਿਲੀਮੀਟਰ ਦੇ ਨਾਲੋਂ ਵੀ ਬਹੁਤ ਬਰੀਕ ਉਹ ਸੂਈ ਹੈ, ਜਦੋਂ ਡਾਕਟਰ ਤੁਹਾਡੇ ਬੱਚੇ ਦੇ ਸੂਈ ਲਗਾਉਂਦਾ ਤੇ ਮਾਂ ਆਪਣਾ ਨੂੰ ਪਰਮ ਕਰ ਲੈਂਦੀ ਹੈ। ਪਰ ਇਹ ਕੈਸੀ ਮਾਂ ਹੈ ਜਿਹਦੀ ਗੋਦ ਵਿੱਚ ਦੋ ਪੋਤਰੇ ਜ਼ਖਮੀ ਹਾਲਤ ਦੇ ਵਿੱਚ ਸਰੀਰ ਉੱਤੇ ਲਾਸ਼ਾਂ ਪਈਆਂ ਹੋਈਆਂ,
ਇਹ ਮਾਂ ਤਾਂ ਉਹਨਾਂ ਦੀ ਪਿੱਠ ਦੇ ਉੱਤੇ ਹੱਥ ਵੀ ਨਹੀਂ ਫੇਰ ਸਕਦੀ। ਜ਼ਖਮਾਂ ਦੇ ਨਾਲ ਭਰੇ ਹੋਏ ਉਹਨਾਂ ਦੇ ਸਰੀਰ, ਸਾਰੀ ਰਾਤ ਇਹ ਮਾਂ ਦੀ ਗੋਦ ਵਿੱਚ ਬੱਚੇ ਘੁੰਮਦੇ ਪਏ। ਉਹਨਾਂ ਦੇ ਸਰੀਰ ਕੋਈ ਬੱਜਰ ਦੇ ਨਹੀਂ ਬਣੇ ਹੋਏ ਸੀ, ਲੋਹੇ ਦੇ ਨਹੀਂ ਬਣੇ ਹੋਏ। ਸਰੀਰਾਂ ਵਰਗਾ ਹੀ ਸਰੀਰ ਹੈ, ਦਰਦ ਵਰਗਾ ਹੀ ਦਰਦ ਹੈ, ਪੀੜ ਵਰਗੀ ਪੀੜ ਹੈ। ਉਹ ਗੁਰੂ ਕੇ ਲਾਲ ਉਸ ਦਰਦ ਨੂੰ ਸਹਾਰਦੇ ਨੇ। ਦੂਸਰਾ ਦਿਨ ਹੋਇਆ, ਫਿਰ ਉਹਨਾਂ ਬੱਚਿਆਂ ਨੂੰ ਉਸ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਤੇ ਵਜ਼ੀਰ ਖਾਨ ਅੱਜ ਪੂਰੀ ਉਮੀਦ ਹੈ ਜਿੰਨੀ ਇਹਨਾਂ ਨੂੰ ਮਾਰ ਪਈ ਹੈ, ਜਿੰਨੇ ਸਰੀਰ ਤੇ ਜ਼ਖਮ ਹੈ, ਇਹ ਬੱਚੇ ਅੱਜ ਤੱਕ ਸਾਡੀ ਗੱਲ ਮੰਨਣਗੇ। ਸ਼ਰਾਬ ਦੇ ਪਿਆਲੇ ਭਰ ਭਰ ਕੇ ਪੀਂਦਾ ਪਿਆ। ਬੱਚਿਓ, ਕਿਵੇਂ ਹੋਸ਼ ਟਿਕਾਣੇ ਆਈ ਹੈ ਕਿ ਨਹੀਂ? ਮੈਂ ਤੁਹਾਡੇ ਦੋਨਾਂ ਭਰਾਵਾਂ ਨੂੰ ਖਤਮ ਕਰਕੇ ਆਇਆ। ਤੁਹਾਡੇ ਪਿਤਾ ਦੀ ਕੋਈ ਉਗ ਸੁਗ ਨਹੀਂ ਤੇ ਮੈਂ ਤੁਹਾਨੂੰ ਵੀ ਖਤਮ ਕਰ ਦੇਵਾਂਗਾ। ਤੁਸੀਂ ਮੇਰੇ ਜ਼ੁਲਮ ਨੂੰ, ਮੇਰੇ ਤਸ਼ੱਦਦ ਨੂੰ ਅਜੇ ਤੱਕ ਦੇਖਿਆ ਨਹੀਂ ਹੈ। ਤੇ ਉਹਨਾਂ ਗੁਰੂ ਦੇ ਲਾਲਾ ਨੇ ਕੀ ਆਖਿਆ ਸੀ? ਸਦਾ ਸਬਰ ਹੀ ਜ਼ਬਰ ਤੋਂ ਜਿੱਤਦਾ ਹੈ। ਇਸੇ ਲਈ ਖੁਦਾ ਨੂੰ ਯਾਦ ਕਰੀਏ। ਤੈਨੂੰ ਕਸਮ ਜੇ ਤੂੰ ਜ਼ੁਲਮ ਤੋਂ ਕਰੇ ਤੌਬਾ, ਤੇ ਸਾਨੂੰ ਕਸਮ ਦੀ ਅਸੀਂ ਫਰਿਆਦ ਕਰੀਏ। ਸਾਡੀ ਸਰਫਰੋਸ਼ੀ ਦਾ ਅਸਰ ਕੀ ਨਹੀਂ ਹੋਣਾ? ਮੌਤ ਦਾ ਫਰਿਸ਼ਤਾ ਬਣ ਕੇ ਤੇਥੋਂ ਜੀਣਾ ਹੋਣਾ। ਇੰਨਾ ਲਹੂ ਡੋਲ ਕੇ ਗੜੀ ਚਮਕਾਓ, ਇੰਨਾ ਖੂਨ ਡੋਲ ਕੇ ਤੂੰ ਪਿਆਸਾ ਜਾਪਦਾ ਹੈ। ਅਸੀਂ ਇੰਨਾ ਖੂਨ ਦੇਵਾਂਗੇ ਤੇਥੋਂ ਪੀ। ਇਹ ਗੁਰੂ ਕੇ ਲਾਲਾ ਨੇ ਜਦੋਂ ਬੰਗਾਰ ਕੇ ਗੱਲ ਆਖੀ, ਸ਼ਰਾਬਾਂ ਦੇ ਪਿਆਲੇ ਹੱਥਾਂ ਵਿੱਚ ਰਹਿ ਗਏ। ਓਏ ਬੱਚਿਓ, ਗੁਸਤਾਖੋ, ਇਹਨਾਂ ਮੁਨਾਰਿਆਂ ਦੇ ਵਿੱਚ ਤੁਹਾਡੀ ਆਵਾਜ਼ ਨੂੰ ਦਫਨ ਕਰਕੇ ਰੱਖ ਦੇਵਾਂਗਾ। ਤੁਹਾਡੀ ਆਵਾਜ਼ ਮੈਂ ਬਿਲਕੁਲ ਖਤਮ ਕਰਕੇ ਰੱਖ ਦੇਵਾਂਗਾ। ਤੇ ਉਹ ਬੱਚੇ ਆਖਦੇ ਨੇ, ਵਜ਼ੀਰ ਖਾਨ, ਤੂੰ ਸਾਡੀਆਂ ਅੱਖਾਂ ਦੇ ਨਾਲ ਦੇਖੇ, ਦੇਖ ਕੋਈ ਨੰਦੇੜ ਦੀ ਧਰਤੀ ਤੋਂ 5 ਤੀਰ ਲੈ ਕੇ ਤੁਰਿਆ ਆ ਰਿਹਾ। ਦੇਖ ਉਹਦੇ ਘੋੜੇ ਦੀਆਂ ਟਾਪਾਂ, ਕੋਈ ਬੈਰਾਗੀ ਬਹਾਦਰ ਬਣ ਕੇ ਤੁਰਿਆ ਆ ਰਿਹਾ। ਤੂੰ ਸਾਡੀ ਆਵਾਜ਼ ਬੰਦ ਕਰਨਾ ਚਾਹੁੰਦਾ ਹੈ? ਸਾਨੂੰ ਗਰਦ ਪਈ ਉੱਠਦੀ ਜਾਪਦੀ ਏ, ਜਿਸ ਵਿੱਚ ਵਜੀਦਿਆਂ ਤੋਂ ਰੁਲ ਜਾਣਾ, ਅਸੀਂ ਮਰ ਕੇ ਵੀ ਦੁਨੀਆ 'ਚ ਯਾਦ ਹੋਣਾ, ਤੂੰ ਜੀ ਕੇ ਵੀ ਦੁਨੀਆ 'ਚ ਭੁੱਲ ਜਾਣਾ। ਇਹ ਸੁਰਾਹੀਆਂ ਸੁਣੀਆਂ ਰਹਿ ਜਾਣੀਆਂ। ਹੱਥਾਂ ਤੋਂ ਜਾਮ ਜਦੋਂ ਡੁੱਲਣੇ ਨੇ, ਤੇਰੇ ਉੱਚੇ ਮੁਨਾਰੇ ਨਹੀਂ ਰਹਿਣੇ, ਸਾਡੇ ਸਦਾ ਨਿਸ਼ਾਨ ਤੇ ਝੁਲਣੇ। ਬੋਲੇ ਸੋ ਨਿਹਾਲ। ਤੂੰ ਜਿਨ੍ਹਾਂ ਮੁਨਾਰਿਆਂ ਦੀਆਂ ਗੱਲਾਂ ਕਰਦਾ ਪਿਆ, ਕਚਹਿਰੀਆਂ ਦੀਆਂ ਗੱਲਾਂ ਕਰਦਾ ਪਿਆ ਹੈ, ਸੱਚ ਕਰਕੇ ਜਾਣੀ ਇਹ ਨਿਸ਼ਤੁ ਨਾਬੂਦ ਮਿੱਟੀ ਦੇ ਵਿੱਚ ਦਫਨ ਹੋ ਜਾਣਗੀਆਂ। ਤੇਰਾ ਨਾਮੋ ਨਿਸ਼ਾਨ ਨਹੀਂ ਰਹੇਗਾ, ਪਰ ਇਸ ਧਰਤੀ ਤੇ ਸਾਡੇ ਨਿਸ਼ਾਨ ਸਦਾ ਝੁਲਦੇ ਰਹਿਣਗੇ। ਜ਼ਿੰਦਗੀ ਵਿੱਚ ਚਾਹੇ ਕੋਈ ਧਾਰਮਿਕ ਸੰਸਥਾ ਹੈ, ਚਾਹੇ ਕੋਈ ਸਮਾਜਿਕ ਸੰਸਥਾ ਹੈ, ਅਗਰ ਤੁਹਾਨੂੰ ਕਦੀ ਕੋਈ ਰੁਤਬਾ ਮਿਲਦਾ, ਕੋਈ ਕੁਰਸੀ ਮਿਲਦੀ ਹੈ, ਕੋਈ ਪਦਵੀ ਮਿਲਦੀ ਹੈ, ਕੋਈ ਜ਼ਿੰਮੇਵਾਰੀ ਮਿਲਦੀ ਹੈ, ਉਹਦਾ ਲਾਲਚ ਨਾ ਕਰਿਆ ਕਿ ਜੇ ਹੁਣ ਮੇਰੇ ਕਬਜ਼ੇ 'ਚ ਆ ਗਿਆ ਤਾਂ ਮੈਂ ਹੀ ਕਬਜ਼ਾ ਪਾ ਕੇ ਮਾਫ ਕਰ ਦੇਣਾ। 55 ਸਾਲ ਸਰਹੰਦ ਦੀ ਧਰਤੀ ਤੇ ਵਜ਼ੀਰ ਖਾਨ ਨੇ ਗੁਜ਼ਾਰੇ ਨਹੀਂ ਚੰਗਾ ਕੰਮ ਕੀਤਾ, ਕੋਈ ਉਹਦਾ ਨਾਮੋ ਨਿਸ਼ਾਨ ਜਿਹੜਾ ਸਰਹੰਦ ਦੀ ਧਰਤੀ ਤੇ। 3 ਰਾਤਾਂ ਗੁਰੂ ਕੇ ਲਾਲਾ ਨੇ ਉਸ ਸਰਹੰਦ ਦੀ ਧਰਤੀ ਤੇ ਗੁਜ਼ਾਰੇ ਨੇ। ਅੱਜ ਉਹਨਾਂ ਦੇ ਨਿਸ਼ਾਨ ਝੁਲਦੇ ਨੇ। 90 ਸਾਲ ਤੇ 13 ਦਿਨ ਦੀ ਉਮਰ ਹੈ, 90 ਸਾਲ ਤੇ 17 ਦਿਨ ਦੀ ਉਮਰ ਹੈ ਔਰੰਗਜ਼ੇਬ ਦੀ। 90 ਸਾਲ 17 ਦਿਨ ਦੀ ਉਮਰ। 4 ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਹੈ, 4 ਹੀ ਪੁੱਤਰ ਔਰੰਗਜ਼ੇਬ ਦੇ ਹੈ। ਔਰੰਗਜ਼ੇਬ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਨਾਮੋ ਨਿਸ਼ਾਨ ਖਤਮ ਕਰ ਦੇਵਾਂਗਾ, ਇਹਦੇ 4 ਪੁੱਤਰਾਂ ਨੂੰ ਖਤਮ ਕਰ ਦੇਵਾਂਗਾ।
पर गुरु गोबिंद सिंह दे लाला दी गल्लां अज पूरे संसार विच बच्चे बच्चे नूं सुनाईया जा रही, पर औरंगजेब के चारा पुत्रां दा कोई नाम निशान दुनिया नहीं। किस गल का तुसीं मान करदे हो? जेड़े सच दे निशान लैके चलदे ने उन्हां दे निशान दुनिया च सदा झूलदे ने। झूठ दा पल्ला फड़ के असीं किन्ने भी काबिज हो जाइए, साडे निशान दुनिया च मिट जाणगे। साडे निशान कभी भी नहीं दुनिया च रहणगे, क्योंकि जिन्हां रस्तियां तो चल के असीं गद्दारियां, जिन्हां रस्तियां तो चल के असीं बुराइयां करदे हां, जिन्हां रस्तियां ते चल के असीं धक्का करदे हां, जिन्हां रस्तियां ते चल के असीं दुनिया दा भला नहीं करदे हां, कौन जानदा सी मोती महरा नूं? की पता सी ओ कित्थों दा रहण वाला? ओ जात दा गरीब चीवर ओनूं कौन जानदा सी? एक प्याला दुध दा की प्या दित्ता गुरु के लाला नूं, दुनिया च अमृत। आपको सतनाम श्री। लोहे दियां माफ कर देना, लोहे के गिलास नूं अज तक भी दुनिया याद करती है जिस दे नाल बच्चे नूं दुध पिलाया। गुरु के लाला ने दूसरे दिन बड़ा समझाने की कोशिश की थी, ये बच्चे मान जाएंगे। डरावे दिते गए, लालच दिते गए, प्यार किया गया, नफरत की गई, धमकाया गया, डराया गया, बहुत कुछ किया, पर गुरु के लाला ने जेड़ा उन्हें यकीन नहीं किया। आखिर काजी साहब हुण तुसीं गल करो, साडे तां बस दी गल नहीं। कहंदे इन्हां गुस्ताख बच्चिआं नूं की करिए? सुच्चा आनंद बोलिया, नीके बारक मत तुम जानो, नागों के एक ऊट बखानो। इन्हां बच्चों में छोटे बच्चे ना जानो, ये नागा के पुत्र है, इन्हां दी सिरियां फेर देनियां चाहिए। ये गल सुच्चा आनंद। और एक गल याद रख लेना, तुहाडे बोल दुनिया सामने रखती है। कभी भी किसी महफल के विच, कभी भी किसी सभा के विच, किसी परिया के विच कभी बोलो तो बड़े संभल के बोलना। इत्थे सुच्चा आनंद के बोल भी सामने हुए ने, जिन्हें कह दिता सी नागां दे पुत ने। इत्थे बोल शेर मुहम्मद खान के भी सामने हुए ने, जिन्हें कह दिता सी मेरे भरा नाहर खान गुरु गोबिंद सिंह ने मारिया, मैं अपने भरा का बदला गुरु गोबिंद सिंह को 1000 बार लवांगा। जंग के मैदान में मरांगा या गुरु गोबिंद सिंह को मारांगा, पर मैं गुरु गोबिंद सिंह के इन्हां मासूम बच्चों के कोई बदला नहीं। अपनी कुर्सी को भगा के मारिया, पर ए वजीर खान, ये कुर्सियां तुहाडियां दित्तियां होईयां, सब अपनी कुर्सियां नूं मैं तेरे सामने ये गल कह के जाना, तुसीं जो कुछ करते पे हो गलत करते। की करोगे उन्हां लंबियां उमरां? की करोगे उन्हां पत्नियां नूं? की करोगे उन्हां नवाबियां नूं जिन्हां ने सच के फैसले ले, जिन्हां ने सच बोल दिता, जिन्हां ने सच करके दिखा दिता? उन्होंने भावें एक भी बोल गया होवे, हां दा नारा मारिया होवे, मलेरकोटले की धरती ते अज भी उस शेर मुहम्मद खान की कबर जाके देखो, पूरी बुलंदी विच है। ओदे पुत्र पोतरियां दी कबरां, मुनारे बने हुए बिल्कुल सलामत ने, ते उत्थे गुरुद्वारा हा दा नारा भी बनिया होया, जिथे जाके दुनिया सजदे करदी है। गुरु गोबिंद सिंह जी दे लाला नूं इन्हां ने पकड़िया, दीवारों में चिन दिता। अजे तक भी उन्होंने डराना चाहते हैं, खत्म करना चाहते हैं, मारना नहीं चाहते। मार के की मिलेगा? वो तो शहीद हो जाएंगे। इन्हों बनाओ नवाब, इन्हों को पढ़ाओ कलमा। जब एक गुरु गोबिंद सिंह के बच्चे हाथियों से सवार होकर जाया करके, पूछा करके नवाब कौन है? ये गुरु गोबिंद सिंह का लाल है जी। कि गुरु गोबिंद सिंह महाराज जी की सब तो बड़ी हेठी, सब तो बड़ी बेइज्जती यही होगी कि उहदे पुत्र जिहड़े नवाब बन गए। आपको सतनाम श्री। पर नहीं, उन्होंने भुलेखा सी। अज गुरु गोबिंद सिंह जी के लाला नूं दीवारां विच चिनिया गया, फिर बार बार पूछा गया। गुरु के लाल दीवारां विच खड़े हो गए, पर वो गुरु के लाला की ईन ना बनी, अखीरलियां इट्टां लगदियां पईयां। बच्चों अजे भी गल मन लवो,
पर वो बच्चे फिर भी मनते गए। दीवार उसारी गई, ऊपर लेंटर पा दिता गया, जिवें भी उन्होंने बंद किया गया उन्होंने मासूमां दा दम घुट जाता, वो दीवार डिग जाती है जां वो आप गिराते हैं। पर बाद में जो बच्चे को घसीट के बाहर कढ़िया गया, नींद बेहोशी की हालत में पानी का छिट्टा मारिया गया, होश में आए। शासन देख ते बाशी देख ये भी दोनों सके भरा ने, बाबा फतेह सिंह बाबा जोरावर सिंह ये भी दोनों सके भरा ने। ध्यान देना, एक मारन वाले ने एक शहीद होने वाले ने। उन्होंने मासूमां नूं पकड़िया, एक ने लत्तां दे उत्ते भार पाया दोनों हत्थां दे नाल। मासूमां दे किहड़े शरीर सन, एक ने लत्तां वाले पासों पैर नूं फड़िया होया, दूजा एक हाथ दे नाल दोनों हाथ पकड़ के गोडा रख के सीने दे उत्ते कटारी लैके उन्हां मासूमां दी गर्दन ते फेर दिंदा। इतिहास ये गल लिखदा पिया है कि साहिबजादा बाबा जोरावर सिंह ने कट डूंगा लगा सी, वो तो जल्दी शहादत पा जाते ने, पर बाबा फतेह सिंह जी जिहड़े सन अद्धी घड़ी उन्होंने पैर इंज हिलते रहते। पौने 11 बजे का वो टाइम है दिन का, जिस वेले उन्होंने मासूमां दे उत्ते जिहड़ा ये जुल्म किया गया उन्होंने शहादत प्राप्त होंदी है। गुरु नानक पातशाह जी की बाणी नूं पढ़न वाले नवाबियां नूं ठोकरां मार के दीवारां विच चलना पसंद करते। हुण गल आती है उन्होंने संस्कार की, शरीर चुक के बाहर एक नाले को पार सुट दिते गए। ध्यान देना, मेरे को समा थोड़ा मैं ज़्यादा इस करके नहीं समझा रहा। दीवान टोडरमल जिहड़ा है, ये परिवार गुरु रामदास महाराज जी के समय तो गुरु घर में जुड़िया हुआ। संगरूर जिला पंजाब, काकड़ कला पिंड, गुरु तेग बहादुर महाराज जी इस मुकाम पर आते हैं। मैं 2 मिनट ले लवांगा, मैं माफ करना, पर एक गल दसनी। काकड़ कला में आते हैं गुरु तेग बहादुर महाराज, चढ़ती उम्र है, नौजवान है। टोडरमल इसका परिवार गुरु तेग बहादुर महाराज जी की सेवा कर घर में आए। जिन्हें तुम गुरु के कीर्तियां के महापुरखों का सत्कार करते हो, घर में कोई आ जाए, इन्होंने सोने दी मोहरां की एक बड़ी इन्होंने घर में अमीरी सी, पूरा इलाका ही इन्हों का। काकड़ कला इन्हों का पिंड, अलूअर्क इन्हों का पिंड, काकड़ कला नाल पैंदा है, काकड़ कला ते अलूअर्क। अलूअर्क का रहने वाला दीवान टोडरमल भरी जवानी बजुर्ग नाल थाली विच मोहरां पा के गुरु तेग बहादुर महाराज जी के चरणों च अर्पण कीतियां। गुरु तेग बहादुर महाराज कहते मोहरां तो सानूं चाहीदियां ने सुने दियां, पर अजे समा दूर है, तुहाडे कोल असीं बहुत मोहरां की सेवा लैनी। यह बचन कह के गुरु तेग बहादुर महाराज काकड़ कला पिंड तो अलूहरक तो चाले पा देते जिथे अज भी गुरुद्वारा साहब बनया हुआ, कभी दर्शन करना चाहो। दीवान टोडरमल के परिवार ने तरक्की की है। नौजवान बहुत बड़ा जिहड़ा है ये सूबेदार सरहंद बने। औरंगजेब के टाइम तो पहला शाहजहां के वेले तक यदि बड़ी मुगल हुकूमत पकड़ है। मुगल हुकूमत बड़ी गल मनी जाती है शाहजहां के वेले तक। जो शाहजहां तख्त पर बैठा, शेख अहमद सरहंदी कट्टरपंथी चिट्ठियां पाता पाया कि सरहंद की धरती का सूबेदार एक हिंदू है, ना वो कलमा पढ़े ना मस्जिद जाते, तुम साडा मार्ग बना कर किया। औरंगजेब ने बहाना लगा के टोडरमल नूं सूबेदारी वो खोली ते कह दिता जी तुहाडी तरक्की करते पे हैं, तुहानूं असीं जिहड़ा दीवान बनाउंदे। सूबेदार स्टेट का मालक हुंदा सी, जिवें अज मुख्यमंत्री कहते चीफ मिनिस्टर। जिहड़ा राजपाल है, ध्यान देना, राजपाल को उस वेले दीवान कहा जाता सी। जिहड़ा ये सरहंद का सूबेदार है दीवान टोडरमल, इनू तरक्की दी गई। सूबा जलंधर, सूबा सरहंद, इन्हां इलाकों का 3 स्टेटां का जिहड़ा इनू राजपाल बना दिता गया, जिन्हों से दीवान कह दिया।
ਸਾਹਿਬਜ਼ਾਦਿਆਂ ਦੇ ਵੇਲੇ ਤੱਕ ਇਹਦੀ ਉਮਰ ਬਹੁਤ ਵਡੇਰੀ ਹੋ ਚੁੱਕੀ ਹੈ। ਇਹਦੇ 2 ਪੁੱਤਰ ਨੇ, ਗੋਲੂ ਮਲ ਤੇ ਮੋਲੂ ਮਲ। ਇਹਦੀ ਇੱਕ ਬੇਟੀ ਹੈ ਜਿਹਦਾ ਨਾਮ ਸੀ ਭਵਾਨੀ। ਨਾਭਾ ਪਟਿਆਲੇ ਦੇ ਕੋਲ ਭਵਾਨੀਗੜ੍ਹ ਨਾਮ ਦਾ ਇੱਕ ਸ਼ਹਿਰ ਹੈ। ਉਹ ਭਵਾਨੀਗੜ੍ਹ ਜਿਹੜਾ ਸ਼ਹਿਰ ਹੈ ਉਹ ਦੀਵਾਨ ਟੋਡਰ ਮਲ ਦੀ ਲੜਕੀ ਭਵਾਨੀ ਦੇ ਨਾਮ ਤੇ ਵਸਿਆ। ਆਪੋ ਸਤਨਾਮ ਸ੍ਰੀ। ਇਸ ਦੀਵਾਨ ਟੋਡਰ ਮਲ ਨੂੰ ਜਦੋਂ ਪਤਾ ਲੱਗਾ ਬਜ਼ੁਰਗ ਟਾਂਗੇ ਤੋਂ ਉਤਰਿਆ ਤੇ ਪਤਾ ਲੱਗਾ ਗੁਰੂ ਕੇ ਲਾਲਾ ਦੇ ਸਰੀਰ ਇੰਜ ਜਿਹੜੇ ਇਹਨਾਂ ਨੇ ਰੋਲਣ ਵਾਸਤੇ ਰੱਖੇ ਹੋਏ ਨੇ ਉਹਦੇ ਵਿੱਚ ਬੜੀ ਤਾਕਤ ਸੀ। ਉਹ ਦੀਵਾਨ ਸੀ, ਮੌਕੇ ਦਾ ਰਾਜਪਾਲ ਕਹਿ ਸਕਦੇ ਹਾਂ। ਮੌਕੇ ਦਾ ਬਹੁਤ ਵੱਡਾ ਸੀ। ਉਹਦੀ ਜਹਾਜ਼ ਹਵੇਲੀ ਅੱਜ ਵੀ ਤੁਸੀਂ ਸਰਹੰਦ ਦੀ ਧਰਤੀ ਤੇ ਦੇਖਦੇ ਹੋ ਕਿੰਨੀ ਵੱਡੀ ਉਹ ਹਵੇਲੀ ਹੈ, ਕਿੰਨੀ ਵੱਡੀ ਉਹ ਮੰਜ਼ਿਲਾ ਹਵੇਲੀ। ਇਹ ਦੀਵਾਨ ਟੋਡਰ ਮਲ ਜਿਵੇਂ ਸਿੱਕੀ ਵਿਕੀ ਇਨਸਾਈਕਲੋਪੀਡੀਆ 'ਚ ਪਹਿਲੀ ਵਾਰ ਇਹ ਗੱਲ ਲਿਖੀ ਗਈ ਸੀ, ਤੁਸੀਂ ਪੜ੍ਹ ਕੇ ਦੇਖਣਾ, ਆਪਣਾ ਨੈਟ ਤੁਹਾਡੇ ਕੋਲ ਹੈ। ਸਿੱਕੀ ਵਿਕੀ ਇਨਸਾਈਕਲੋਪੀਡੀਆ 'ਚ ਲਿਖਿਆ ਗਿਆ ਹੈ ਕਿ 7800 ਮੋਹਰਾਂ ਵਿਛਾਈਆਂ ਗਈਆਂ ਸੀ। ਧਿਆਨ ਦੇਣਾ, ਅਬਦੁੱਲਾ ਖਾਨ ਦਾ ਮੁਸਲਮਾਨ ਜਿਹਦੇ ਕੋਲ ਜਗ੍ਹਾ ਖਰੀਦੀ ਗਈ ਸੀ, ਵਜ਼ੀਰ ਖਾਨ ਨੇ ਬੜਾ ਜ਼ੋਰ ਲਗਾਇਆ ਕਿ ਇਹਨਾਂ ਦੀਆਂ ਸਰੀਰਾਂ ਨੂੰ ਨਾ ਸੌਂਪਿਆ ਜਾਵੇ, ਪਰ ਉਹ ਵੀ ਅੱਗੇ ਬਹੁਤ ਵੱਡਾ ਅਫਸਰ ਸੀ ਤੇ ਉਸ ਰੱਬ ਦੇ ਪਿਆਰ ਵਾਲੇ ਦੀਵਾਨ ਟੋਡਰ ਮਲ ਦੀ ਬਜ਼ੁਰਗੀ ਦੀ ਅਵਸਥਾ ਵਿੱਚ ਉਹਦੀ ਬੇਟੀ ਭਵਾਨੀ, ਗੋਲੂ ਮਲ ਤੇ ਮੋਲੂ ਮਲ ਉਹਦੇ 2 ਪੁੱਤਰ, ਉਹਨਾਂ ਦੀ ਔਲਾਦ ਅੱਜ ਸਮਾਣੇ ਵਿੱਚ ਰਹਿੰਦੀ ਹੈ। ਧਿਆਨ ਦੇਣਾ, ਬੀਰਬਲ ਅਗਰਵਾਲ ਉਹਨਾਂ ਦੀ ਵੰਸ਼ ਦਾ ਬਜ਼ੁਰਗ ਜੋ ਹੁਣੇ ਚੜ੍ਹਾਈ ਕਰ ਗਿਆ। ਪੰਜਾਬ ਸਟੇਟ ਗਵਰਨਮੈਂਟ ਦੇ ਉੱਤੇ ਉਹ ਮੁਕੱਦਮਾ ਦਾਇਰ ਕੀਤਾ ਹੋਇਆ ਕਿ ਤੁਸੀਂ ਮੇਰਾ 100 ਕਰੋੜ ਰੁਪਇਆ ਵਾਪਸ ਨਹੀਂ ਦੇ ਰਹੇ, ਤੁਹਾਡਾ ਮੇਰਾ ਬਕਾਇਆ ਬਣਦਾ। ਉਹ ਅੱਜ ਵੀ ਕਰੋੜਾਪਤੀ ਨੇ, ਅੱਜ ਵੀ ਅਰਬਾਪਤੀ ਨੇ। ਉਹ ਉਸ ਵੇਲੇ ਵੀ ਅਰਬਾਪਤੀ ਸੀ, ਪਰ ਮਾਫ ਕਰਨਾ, ਸੋਨਾ ਤਾਂ ਸਾਡੇ ਕੋਲ ਵੀ ਬਹੁਤ ਹੋਵੇਗਾ। ਸੋਨੇ ਪਾ ਕੇ ਅਸੀਂ ਆਪਣੇ ਗਲਾਂ ਵਿੱਚ, ਆਪਣੀਆਂ ਉਂਗਲਾਂ ਵਿੱਚ ਲੋਕ ਦਿਖਾਵਾ ਕਰਦੇ ਹਾਂ, ਪਰ ਮੁਬਾਰਕ ਹੈ ਉਹ ਸੋਨਾ ਜਿਹੜਾ ਗੁਰੂ ਕੇ ਲਾਲਾ ਦੀ ਗੁਰੂ ਦੀ ਸੇਵਾ ਦੇ ਵਿੱਚ ਪ੍ਰਵਾਨ ਹੋ ਗਿਆ ਸੀ। ਮੈਨੂੰ ਮਾਫ ਕਰ ਦੇਣਾ। ਇਸ ਦੀਵਾਨ ਟੋਡਰ ਮਲ ਨੇ ਉਹ ਜਗ੍ਹਾ ਅਬਦੁੱਲਾ ਖਾਨ ਨਾਂ ਦੇ ਮੁਸਲਮਾਨ ਦੇ ਕੋਲ ਖਰੀਦੀ। ਮੋਹਰਾਂ ਵਿਛਾ ਕੇ ਉਹ ਜਗ੍ਹਾ ਖਰੀਦ ਕੇ, ਤੇ ਕਮਾਲ ਦੀ ਗੱਲ ਇਹ ਹੈ, ਜੋਤੀ ਸਰੂਪ ਜਿੱਥੇ ਦੀਵਾਰਾਂ 'ਚ ਚਿਣਵਾਇਆ ਗਿਆ ਸੀ, ਜਦੋਂ ਉਸ ਵਾਲੇ ਪਾਸੋਂ ਦੀਵਾਨ ਨਿਕਲਿਆ ਹੋਵੇਗਾ ਤੇ ਜਦੋਂ ਪਹੁੰਚਿਆ ਗੁਰਦੁਆਰਾ ਦੀਵਾਨ ਜੋਤੀ ਸਰੂਪ ਵਾਲੇ ਪਾਸੇ, ਤੇ ਕਮਾਲ ਦੀ ਗੱਲ ਹੈ ਉਹ 1.5-2 ਕਿਲੋਮੀਟਰ ਦਾ ਜਿਹੜਾ ਪੈਂਡਾ ਹੈ। ਤੇ ਮੈਂ ਸੋਚਦਾ ਕਿਵੇਂ ਉਹ ਬਜ਼ੁਰਗ ਉਹਨਾਂ ਮਾਸੂਮਾਂ ਦੇ ਸਰੀਰਾਂ ਨੂੰ ਆਪਣੇ ਮੋਢਿਆਂ ਤੇ ਲੈ ਕੇ, ਮਾਤਾ ਜੀ ਦੇ ਪਾਵਨ ਸਰੀਰ ਨੂੰ ਉਹ ਲੈ ਕੇ ਕਿਵੇਂ ਉੱਥੇ ਪਹੁੰਚਿਆ ਹੋਵੇਗਾ। ਕਿਹੋ ਜਿਹੇ ਲੋਕ ਤਮਾਸ਼ਬੀਨ ਹੋਣਗੇ, ਕਿਹੋ ਜਿਹੇ ਲੋਕ ਜਿਹੜੇ ਐਸੇ ਨਹੀਂ ਸਨ ਜਿਨ੍ਹਾਂ ਦੇ ਅੰਦਰ ਦਰਦ ਹੋਵੇਗਾ ਤੇ ਅੰਦਰ ਹੀ ਅੰਦਰ ਰੋਂਦੇ ਹੋਣਗੇ। ਇਹਨਾਂ ਮਾਸੂਮਾਂ ਦੇ ਕੋਲ ਨਾ ਪਿਤਾ ਹੈ, ਨਾ ਉਹਨਾਂ ਦੇ ਕੋਲ ਕੋਈ ਮਾਤਾ ਹੈ, ਨਾ ਉਹਨਾਂ ਨੂੰ ਕੋਈ ਜਾਣਨ ਵਾਲਾ, ਨਾ ਜਿਹੜਾ ਉਹਨਾਂ ਦੇ ਉੱਤੇ ਕੋਈ ਕੱਪੜਾ ਚੜਾਉਣ ਵਾਲਾ। ਇਹ ਗੁਰੂ ਕੇ ਲਾਲ ਜਿਹੜੇ ਹੈ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈ ਉਸ ਸਰਹੰਦ ਦੀ ਧਰਤੀ ਤੇ ਕੀਤਾ ਜਾਂਦਾ ਹੈ। ਗੁਰੂ ਕਿਰਪਾ ਕਰ, ਦੁਨੀਆ 'ਚ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਹੈ ਉਹ ਮਹਿੰਗੀ ਜ਼ਮੀਨ ਹਾਂਗਕਾਂਗ ਦੇ ਵਿੱਚ ਹੈ। ਸਭ ਤੋਂ ਕੰਜਸਟਡ ਜਿਹੜੇ ਦੇਸ਼ ਹੈ ਸਿੰਗਾਪੁਰ, ਹਾਂਗਕਾਂਗ ਵਰਗੇ ਨੇ। ਧਿਆਨ ਦੇਣਾ, ਸਭ ਤੋਂ ਮਹਿੰਗੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਵਿਕਦੀਆਂ ਪਈਆਂ ਨੇ ਡਾਲਰਾਂ 'ਚ, ਦਿਨਾਰਾਂ 'ਚ, ਪੌਂਡਾਂ ਦੇ ਵਿੱਚ, ਰਿਆਲਾਂ ਦੇ ਵਿੱਚ। ਪਰ ਇਹ ਜ਼ਮੀਨ ਇੱਕੋ ਇੱਕ ਐਸੀ ਜ਼ਮੀਨ ਜਿਹੜੀ ਸੋਨੇ ਦੇ ਭਾਅ ਦੇ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਕੇ ਦੀਵਾਨ ਟੋਡਰ ਮਲ ਖਰੀਦ ਕੇ ਤੁਹਾਨੂੰ ਦਿੱਤੀ ਹੈ। ਤੁਹਾਡੇ ਨਾਲ ਵੱਡਾ ਅਮੀਰ ਦੁਨੀਆ 'ਚ ਕੋਈ ਨਹੀਂ ਹੋ ਸਕਦਾ। ਦੁਨੀਆ ਕਹਿੰਦੀ ਗ੍ਰੇਟ ਵਾਲ ਆਫ ਚਾਈਨਾ ਬੜੀ ਮਹਾਨ ਹੈ, ਪੱਥਰਾਂ ਦੇ ਨਾਲ ਉਹ ਦੀਵਾਰ ਫੇਰ ਵੀ ਕਦੀ ਬਣਾਈ ਜਾ ਸਕਦੀ ਹੈ, ਪਰ ਗ੍ਰੇਟ ਵਾਲ ਆਫ ਸਰਹੰਦ ਕੌਣ ਆਪਣੇ ਪੁੱਤਰਾਂ ਨੂੰ ਦੀਵਾਰਾਂ 'ਚ ਚਿਣਵਾਵੇਗਾ? ਕਿਹੜਾ ਬੱਚਿਆਂ 'ਚ ਇੰਨੀ ਹਿੰਮਤ ਹੋਵੇਗੀ ਜਿਹੜੀ ਗ੍ਰੇਟ ਵਾਲ ਆਫ ਸਰਹੰਦ ਤੁਹਾਡੇ ਕੋਲ ਹੈ? ਦੁਨੀਆ 'ਚ ਕਿਸੇ ਹੋਰ ਦੇ ਕੋਲ ਨਹੀਂ ਹੋ ਸਕਦੀ। ਧਿਆਨ ਦੇਣਾ, ਦੁਨੀਆ 'ਚ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ, ਬੁਰਜ ਖਲੀਫਾ ਨੂੰ ਵੱਡੀ ਇਮਾਰਤ ਬਣਦੀ ਪਈ ਹੈ ਸਾਊਦੀ ਅਰਬ ਦੇ ਅੰਦਰ। ਇਹਨਾਂ ਬੁਰਜ ਖਲੀਫਿਆਂ ਦੇ ਨਾਲੋਂ ਵੀ ਹੋਰ ਬੁਰਜ ਉੱਚੇ ਬਣਨਗੇ, ਪਰ ਜਿਹੜਾ 140 ਫੀਟ ਉੱਚਾ ਬੁਰਜ ਤੁਹਾਡੇ ਕੋਲ ਹੈ ਉਹ ਬੁਰਜ ਕੋਈ ਨਹੀਂ ਬਣਾ ਸਕਦਾ। ਉਹ ਮਹਾਨ ਬੁਰਜ ਜਿਸ ਬੁਰਜ ਉੱਤੇ ਬੱਚਿਆਂ ਨੂੰ ਕੈਦ ਕੀਤਾ ਗਿਆ ਸੀ, ਨਜ਼ਰਬੰਦ ਕੀਤਾ ਗਿਆ ਸੀ। ਤੁਸੀਂ ਐਡੀ ਵੱਡੀ ਵਿਰਾਸਤ ਦੇ ਮਾਲਕ ਹੋ।
पूरी दुनिया के ज्यों ज्यों सर्च होगी, ज्यों ज्यों लोग इतिहास पढ़नगे, ज्यों ज्यों दुनिया नेड़े होगी, तुहाडा सिर तुहाडा कद दुनिया सब तो ऊंचा होता है। गुरु कृपा कर समय की समाप्ति है। इन्नियां बेनतियां प्रवान करनियां जी। उस दुध नूं कोई नहीं इकट्ठा कर सकता जिहदा भांडा ही पानी च रुड़ जाए। उस कौम का फिर रब रखा जिहड़ी अपने इतिहास नूं भुल जाए। कोटान पुरुष शुकराना धन गुरु ग्रंथ साहिब महाराज जी का आप समूह संगतां दे दीदार करने का मौका बख्शिया। ते मैं धन्नवादी हाँ गुरु घर के मुख्य सेवादार सरदार मंगत सिंह जी होरा इको फोन किया सी, हुक्म होया तुसीं आ जाओ, कोई गल नहीं। गुरु के लाला की कहानी सुनाने का मौका बख्शिया। गुरु कृपा कर आप जी तंदुरुस्तियां चढ़ती कला बख्शन। गुरु के सेवादार सरदार गुरतेज सिंह जी मुनी और सरदार गुरदयाल सिंह जी मुनी होर जिन्ने गुरु के प्यार वाले, मैं सारे के चेहरे पछाणदा पर मैनूं ना जेहड़े कईयां दे नहीं आते। गुरु कृपा कर आप गुरु घर में रह के वध तो वध सेवावां करो, चढ़ती कला गुरु का इतिहास संगतां नूं सरवण कराओ। ये महाराज तुहानूं जो चढ़ती कला बख्शन आप सब का बहुत धन्यवाद है। जिन्हां परिवारों ने गुरु के लंगरां की सेवा की, होर बेअंत प्रकार की सेवा की माया दे नाल, आप सब का बहुत बहुत धन्यवाद जी। गुरु नानक पातशाह की कृपा कर आप समूह संगतां नूं प्यार इतफाक बख्शन, चढ़दियां कलां विच रहो। ये अरदास जिहड़ी है गुरु महाराज के चरणों में दास वल्लों की जा रही है। गुरु घर के सेवादार पप्पू भाटिया जी रायपुर वाले, उन्होंने फतेह भेजी है। समूह संगतां को फतेह जरूर बुलाना। गुरु कृपा कर उन्होंने फतेह भी आप जी प्रवान करनी। और मैं आस करता हाँ जब भी मौका मिलेगा तुसीं दास नूं याद करोगे। गुरु की कहानियां होर सर्च करके, होर इतिहास पढ़ के तुहाडे सामने लैके असीं जरूर आवांगे। गुरु ग्रंथ साहिब की तंदुरुस्ती चढ़ती कला बख्शन, जो कहते हैं अपने जीवन में असीं कमा सकीए। गुरु के महान कीर्तनीय जबलपुर वाले साढ़े बड़े भाई साहब जी, उन्होंने पूरा जथा आप का बहुत धन्यवाद। गुरु के सेवादारों का बहुत धन्यवाद। गुरु के जीरा का धन्यवाद। समूह संगतां का धन्यवाद। गुरु नानक पातशाह की कृपा कर जी, चढ़दियां कला बख्शन। इत्थे ही दीवान की समाप्ति है जी। भुल चुक दी क्षमा, फतेह का जवाब फतेह देना आप जी। वाहिगुरू जी का